ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਅੱਜ ਆਪਣਾ ਮੌਕ ਟੈਸਟ 9ਵਾਂ, ਜਿਸ ਵਿੱਚ ਨਾਟਕ ਤੇ ਇਕਾਂਗੀ ਨਾਲ ਸੰਬੰਧਿਤ ਪ੍ਰਸ਼ਨ ਹੋਣਗੇ ਤੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਆਪਣੀ ਆਪਣੀ ਨੋਟਬੁੱਕ ਤੇ ਨੋਟ ਕਰ ਲਿਓ ਤੇ ਕੱਲ ਨੂੰ ਤੁਹਾਨੂੰ ਇਹਦੀ ਆਨਸਰ ਕੀ ਮਿਲ ਜੂਗੀ। ਜਿਨ੍ਹਾਂ ਨੇ ਪਿਛਲੇ ਟੈਸਟ ਨਹੀਂ ਕੀਤੇ ਉਹ ਚੈਨਲ ਦੀ ਪਲੇਲਿਸਟ ਜਾ ਕੇ ਚੈੱਕ ਕਰ ਲਿਓ। ਅੱਜ ਦਾ ਟੈਸਟ ਸਟਾਰਟ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਆਈਸੀ ਨੰਦਾ ਦੀਆਂ ਕੋਸ਼ਿਸ਼ਾਂ ਨਾਲ ਕਿਸ ਦਾ ਬਹੁਤ ਵਿਕਾਸ ਹੋਇਆ? ਪੰਜਾਬੀ ਨਾਟਕ ਤੇ ਰੰਗਮੰਚ ਦਾ, ਪੰਜਾਬੀ ਕਹਾਣੀ ਦਾ, ਪੰਜਾਬੀ ਨਾਵਲ ਦਾ, ਪੰਜਾਬੀ ਕਵਿਤਾ ਦਾ। ਅਗਲਾ ਪ੍ਰਸ਼ਨ ਹੈ, ਆਈਸੀ ਨੰਦਾ ਨੂੰ ਨਾਟਕ ਤੇ ਇਕਾਂਗੀ ਲਿਖਣ ਦੀ ਪ੍ਰੇਰਨਾ ਕਿਸ ਤੋਂ ਮਿਲੀ? ਸ਼੍ਰੀਮਤੀ ਨੌਰਾ ਰਿਚਰਡ ਤੋਂ, ਡਾਕਟਰ ਹਰਚਰਨ ਸਿੰਘ ਤੋਂ, ਬਲਵੰਤ ਗਾਰਗੀ ਤੋਂ, ਡਾਕਟਰ ਰੋਸ਼ਨ ਲਾਲ ਆਹੂਜਾ ਤੋਂ। ਇਹ ਆਪਣਾ ਟੌਪਿਕ ਤਾਂ ਛੋਟਾ ਸੀ ਪਰ ਤੁਹਾਨੂੰ ਟਾਈਮ ਵਾਵਾ ਮਿਲ ਗਿਆ। ਫੁੱਲ ਮਾਰਕਸ ਆਉਣੇ ਚਾਹੀਦੇ ਅੱਜ ਤਾਂ ਤੁਹਾਡੇ ਸਾਰਿਆਂ ਦੇ। ਅਗਲਾ ਪ੍ਰਸ਼ਨ ਹੈ, ਆਈਸੀ ਨੰਦਾ ਨੇ ਆਪਣਾ ਪਹਿਲਾ ਨਾਟਕ ਜਾਂ ਇਕਾਂਗੀ ਦੁਲਹਨ ਕਦੋਂ ਤੇ ਕਿੱਥੇ ਖੇਡਿਆ? 1911 ਨੂੰ ਅੰਮ੍ਰਿਤਸਰ ਵਿਖੇ, 1913 ਨੂੰ ਲਾਹੌਰ ਵਿਖੇ, 1913 ਨੂੰ ਜਲੰਧਰ ਵਿਖੇ, 1914 ਨੂੰ ਦਿੱਲੀ ਵਿਖੇ। ਅਗਲਾ ਪ੍ਰਸ਼ਨ ਹੈ, ਆਈਸੀ ਨੰਦਾ ਨੇ ਸੁਭੱਦਰਾ ਨਾਟਕ ਕਦੋਂ ਲਿਖਿਆ? 1918 ਈਸਵੀ ਨੂੰ, 1919 ਈਸਵੀ ਨੂੰ, 1920 ਈਸਵੀ ਨੂੰ, 1921 ਈਸਵੀ ਨੂੰ। ਅਗਲਾ ਪ੍ਰਸ਼ਨ ਹੈ, ਆਈਸੀ ਨੰਦਾ ਨੇ ਸ਼ਾਮੂਸ਼ਾ ਨਾਟਕ ਕਦੋਂ ਲਿਖਿਆ? 1925 ਈਸਵੀ ਨੂੰ, 1926 ਈਸਵੀ ਨੂੰ, 1927 ਈਸਵੀ ਨੂੰ, 1928 ਈਸਵੀ ਨੂੰ। ਜੇ ਤੁਹਾਨੂੰ ਲੱਗਦਾ ਹੁੰਦਾ ਨਾ ਪ੍ਰਸ਼ਨ ਲਈ ਤੁਹਾਡੇ ਕੋਲ ਟਾਈਮ ਘੱਟ ਆ, ਵੀਡੀਓ ਪਾਊਜ਼ ਕਰ ਲਿਆ ਕਰੋ। ਅਗਲਾ ਪ੍ਰਸ਼ਨ ਹੈ, ਬਲਵੰਤ ਗਾਰਗੀ ਨੇ 1942 ਈਸਵੀ ਵਿੱਚ ਆਪਣੀ ਪਹਿਲੀ ਰਚਨਾ ਤਾਰਾ ਟੁੱਟਿਆ ਕਿਸ ਦੇ ਨਾਟਕ ਤੋਂ ਪ੍ਰੇਰਿਤ ਹੋ ਕੇ ਲਿਖੀ? ਸ਼੍ਰੀਮਤੀ ਨੌਰਾ ਰਿਚਰਡ ਤੋਂ, ਰਵਿੰਦਰ ਨਾਥ ਟੈਗੋਰ ਤੋਂ, ਆਈਸੀ ਨੰਦਾ ਤੋਂ, ਮੁਨਸ਼ੀ ਪ੍ਰੇਮਚੰਦ ਤੋਂ। ਅਗਲਾ ਪ੍ਰਸ਼ਨ ਹੈ, ਬਲਵੰਤ ਗਾਰਗੀ ਦਾ ਨਾਟਕ ਲੋਹਾ ਕੁੱਟ ਕਦੋਂ ਪ੍ਰਕਾਸ਼ਿਤ ਹੋਇਆ? 1944 ਈਸਵੀ ਨੂੰ, 1945 ਈਸਵੀ ਨੂੰ, 1952 ਈਸਵੀ ਨੂੰ, 1956 ਈਸਵੀ ਨੂੰ। ਅਗਲਾ ਪ੍ਰਸ਼ਨ ਹੈ, ਬਲਵੰਤ ਗਾਰਗੀ ਦਾ ਨਾਟਕ ਕੇਸਰੋ ਕਦੋਂ ਪ੍ਰਕਾਸ਼ਿਤ ਹੋਇਆ? 1951 ਈਸਵੀ ਨੂੰ, 1952 ਈਸਵੀ ਨੂੰ, 1953 ਈਸਵੀ ਨੂੰ, 1954 ਈਸਵੀ ਨੂੰ। ਅਗਲਾ ਪ੍ਰਸ਼ਨ ਹੈ, ਬੇਬੇ ਤੇ ਹੋਰ ਇਕਾਂਗੀ, ਪੱਤਨ ਦੀ ਬੇੜੀ, ਦੁੱਧ ਦੀਆਂ ਧਾਰਾਂ ਇਕਾਂਗੀ ਕਿਸ ਦੀ ਰਚਨਾ ਹੈ? ਡਾਕਟਰ ਹਰਚਰਨ ਸਿੰਘ ਦੀ, ਆਈਸੀ ਨੰਦਾ ਦੀ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ, ਬਲਵੰਤ ਗਾਰਗੀ ਦੀ। ਅਗਲਾ ਪ੍ਰਸ਼ਨ ਹੈ, ਕਿਸ ਨਾਟਕ ਵਿੱਚ ਬਲਵੰਤ ਗਾਰਗੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਨਾਟਕੀ ਰੂਪ ਦਿੱਤਾ? ਧੂਣੀ ਦੀ ਅੱਗ ਵਿੱਚ, ਦੁੱਧ ਦੀਆਂ ਧਾਰਾਂ ਵਿੱਚ, ਗਗਨਮੈ ਥਾਲ ਵਿੱਚ, ਪੱਤਨ ਦੀ ਬੇੜੀ ਵਿੱਚ। ਅਗਲਾ ਪ੍ਰਸ਼ਨ ਹੈ, ਕਿਸ ਦੇ ਨਾਟਕ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਪ੍ਰਕਾਸ਼ਿਤ ਹੋਏ? ਕਪੂਰ ਸਿੰਘ ਘੁੰਮਣ ਦੇ, ਆਈਸੀ ਨੰਦਾ ਦੇ, ਬਲਵੰਤ ਗਾਰਗੀ ਦੇ, ਪ੍ਰੋਫੈਸਰ ਬ੍ਰਿਜ ਲਾਲ ਸ਼ਾਸਤਰੀ ਦੇ।
ਅਗਲਾ ਪ੍ਰਸ਼ਨ ਹੈ, ਜਿਉਂਦੀ ਲਾਸ਼ ਕਪੂਰ ਸਿੰਘ ਘੁੰਮਣ ਦਾ ਜਿਹੜਾ ਨਾਟਕ ਸੀ ਕਦੋਂ ਪ੍ਰਕਾਸ਼ਿਤ ਹੋਇਆ? 1957 ਈਸਵੀ ਨੂੰ, 1965 ਈਸਵੀ ਨੂੰ, 1968 ਈਸਵੀ ਨੂੰ, 1970 ਈਸਵੀ ਨੂੰ। ਅਗਲਾ ਪ੍ਰਸ਼ਨ ਹੈ, ਪੁਤਲੀ ਘਰ, ਜ਼ਿੰਦਗੀ ਤੋਂ ਦੂਰ, ਅਤੀਤ ਦੇ ਪਰਛਾਵੇਂ, ਮਾਨਸ ਕੀ ਏਕ ਜਾਤ ਨਾਟਕ ਕਿਸ ਦੀ ਰਚਨਾ ਹੈ? ਚਰਨਦਾਸ ਸਿੱਧੂ ਦੀ, ਆਈ.ਸੀ. ਨੰਦਾ ਦੀ, ਸੰਤ ਸਿੰਘ ਸੇਖੋਂ ਦੀ, ਕਪੂਰ ਸਿੰਘ ਘੁੰਮਣ ਦੀ। ਅੱਗੇ ਪ੍ਰਸ਼ਨ ਹੈ, ਕਿਸ ਨਾਟਕ ਵਿੱਚ ਕਪੂਰ ਸਿੰਘ ਘੁੰਮਣ ਨੇ ਗੁਰੂ ਨਾਨਕ ਦੇਵ ਜੀ ਦੀਆਂ 94ਵੀਆਂ ਸਾਖੀਆਂ ਨੂੰ ਸੰਗੀਤ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ? ਮਾਨਸ ਕੀ ਏਕ ਜਾਤ, ਵਿਸਮਾਦ ਨਾਦ, ਮੂਕ ਸੰਸਾਰ, ਅਤੀਤ ਦੇ ਪਰਛਾਵੇਂ। ਅਗਲਾ ਪ੍ਰਸ਼ਨ ਹੈ, ਕਪੂਰ ਸਿੰਘ ਘੁੰਮਣ ਨੂੰ 1984 ਵਿੱਚ ਕਿਹੜੇ ਨਾਟਕ ਲਈ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲਿਆ? ਜਿਉਂਦੀ ਲਾਸ਼ ਲਈ, ਅਨਹੋਣੀ ਲਈ, ਮੂਕ ਸੰਸਾਰ ਲਈ, ਪਾਗਲ ਲੋਕ ਲਈ। ਅਗਲਾ ਪ੍ਰਸ਼ਨ ਹੈ, ਮੁੱਖ ਤੌਰ 'ਤੇ ਕਪੂਰ ਸਿੰਘ ਘੁੰਮਣ ਨੂੰ ਕਿਹੜੇ ਜੀਵਨ ਦਾ ਨਾਟਕਕਾਰ ਕਿਹਾ ਜਾ ਸਕਦਾ ਹੈ? ਨਿਰੋਲ ਪੇਂਡੂ, ਸ਼ਹਿਰੀ, ਮਹਾਨਗਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਕਪੂਰ ਸਿੰਘ ਘੁੰਮਣ ਦੇ ਨਾਟਕਾਂ ਰਚਨਾਵਾਂ ਵਿੱਚ ਸ਼ਾਮਿਲ ਹੈ ਜ਼ਿੰਦਗੀ ਤੋਂ ਦੂਰ, ਮਾਨਸ ਕੀ ਏਕ ਜਾਤ, ਪੁਤਲੀ ਘਰ, ਅਤੀਤ ਦੇ ਪਰਛਾਵੇਂ ਜਾਂ ਇਹ ਸਾਰੇ ਹੀ? ਅਗਲਾ ਹੈ, ਕਪੂਰ ਸਿੰਘ ਘੁੰਮਣ ਦੀਆਂ ਇਕਾਂਗੀਆਂ ਵਿੱਚ ਇਹਨਾਂ ਵਿੱਚੋਂ ਕਿਹੜੀ ਸ਼ਾਮਿਲ ਹੈ? ਜੈਲਦਾਰ, ਕਵੀ ਤੇ ਕਵਿਤਾ, ਕੱਚ ਦੇ ਗਜਰੇ, ਦੋ ਜੋਤਾਂ ਦੋ ਮੂਰਤਾਂ ਜਾਂ ਇਹ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਅਨਹੋਣੀ ਨਾਟਕ ਵਿੱਚ ਕਿਹੜਾ ਵਿਸ਼ਾ ਲਿਆ ਗਿਆ ਹੈ? ਜਗੀਰਦਾਰਾਂ ਦੀ ਐਸ਼ਪ੍ਰਸਤੀ, ਅਣਜੋੜ ਵਿਆਹ, ਬਦਲੇ ਦੀ ਭਾਵਨਾ, ਪਿੰਡਾਂ ਵਿੱਚ ਵਿੱਦਿਆ ਕਾਰਨ ਆ ਰਹੇ ਪਰਿਵਰਤਨ, ਇਹ ਸਾਰੇ ਹੀ? ਕਪੂਰ ਸਿੰਘ ਘੁੰਮਣ ਨੇ ਬੰਦ ਗਲੀ ਨਾਟਕ ਵਿੱਚ ਕਿਹੜੀ ਸਮੱਸਿਆ ਲਈ ਹੈ? ਅਣਜੋੜ ਵਿਆਹ ਦੀ ਸਮੱਸਿਆ, ਔਰਤਾਂ ਦੀ ਆਪਸੀ ਈਰਖਾ, ਮੱਧ ਵਰਗੀ ਪਰਿਵਾਰਾਂ ਵਿੱਚ ਆਰਥਿਕ ਤੰਗੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਘੁੰਮਣ ਦੇ ਉਸ ਨਾਟਕ ਦਾ ਕੀ ਨਾਂ ਹੈ ਜਿਸ ਦੀ ਪ੍ਰੇਰਨਾ ਉਸ ਨੂੰ ਦਿੱਲੀ ਦੇ ਜੀਵਨ ਤੋਂ ਮਿਲੀ? ਜਿਉਂਦੀ ਲਾਸ਼, ਅਤੀਤ ਦੇ ਪਰਛਾਵੇਂ, ਪੁਤਲੀ ਘਰ, ਜ਼ਿੰਦਗੀ ਤੋਂ ਦੂਰ। ਸਟ੍ਰਿਡਬਰਗ ਦੇ ਜੀਵਨ ਨੂੰ ਲੈ ਕੇ ਪ੍ਰੋਫੈਸਰ ਘੁੰਮਣ ਨੇ ਕਿਹੜਾ ਨਾਟਕ ਲਿਖਿਆ? ਜਿਉਂਦੀ ਲਾਸ਼, ਪਾਗਲ ਲੋਕ, ਜ਼ਿੰਦਗੀ ਤੋਂ ਦੂਰ, ਅਤੀਤ ਦੇ ਪਰਛਾਵੇਂ। ਅਗਲਾ ਪ੍ਰਸ਼ਨ, ਨਾਟਕ ਪਾਣੀ ਉੱਤੇ ਤੁਰਨਾ ਘੁੰਮਣ ਦਾ ਜਿਹੜਾ ਆਖਰੀ ਨਾਟਕ ਸੀ ਵਿੱਚ ਘੁੰਮਣ ਨੇ ਕੀ ਪੇਸ਼ ਕੀਤਾ ਹੈ? ਅੱਜ ਦੇ ਅਧੂਰੇ ਮਨੁੱਖ ਦੀ ਆਪ ਬੀਤੀ, ਅੱਜ ਦੇ ਮਨੁੱਖ ਦਾ ਕੋਈ ਦੋਸਤ ਨਹੀਂ, ਉਸ ਦੀ ਕੋਈ ਆਪਣਾ ਨਹੀਂ ਜੋ ਉਸ ਨਾਲ ਹਮਦਰਦੀ ਰੱਖਦਾ ਹੋਵੇ,
ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਰਾਣੀ ਕੋਕਿਲਾ ਵਿੱਚ ਘੁੰਮਣ ਨੇ ਕਿਸ ਨੂੰ ਵਿਸ਼ਾ ਬਣਾਇਆ ਹੈ? ਕੋਕਲਾ ਦੇ ਜੀਵਨ ਸਮਾਚਾਰਾਂ ਨੂੰ, ਰਾਜਾ ਹੋਡੀ ਦੇ ਕੋਕਲਾ ਪ੍ਰਤੀ ਪਿਆਰ ਨੂੰ, ਔਰਤ ਅੰਦਰਲੇ ਭਾਵਨਾਵਾਂ ਦੇ ਅਮੋੜ ਵੇਗ ਨੂੰ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਕਪੂਰ ਸਿੰਘ ਘੁੰਮਣ ਨੇ ਆਪਣਾ ਕਿਹੜਾ ਨਾਟਕ ਲੋਕ ਕਥਾ 'ਤੇ ਆਧਾਰਿਤ ਲਿਖਿਆ? ਬੁਝਾਰਤ, ਪੁਤਲੀ ਘਰ, ਰਾਣੀ ਕੋਕਲਾ, ਜ਼ਿੰਦਗੀ ਤੋਂ ਦੂਰ। ਅਗਲਾ ਪ੍ਰਸ਼ਨ ਹੈ, ਨਾਟਕਕਾਰ ਘੁੰਮਣ ਨੂੰ ਉਸ ਦੀ ਕਿਹੜੀ ਰਚਨਾ 'ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਪਾਗਲ ਲੋਕ, ਬੁਝਾਰਤ, ਰਾਣੀ ਕੋਕਲਾ, ਮੂਕ ਸੰਸਾਰ। ਅੱਗੇ ਹੈ, ਮਨੁੱਖ ਕੋਸ਼ਿਸ਼ਾਂ ਕਰਨ 'ਤੇ ਵੀ ਆਪਣੇ ਭੂਤ ਤੋਂ ਪਿੱਛਾ ਨਹੀਂ ਛੁਡਾ ਸਕਦਾ। ਘੁੰਮਣ ਨੇ ਇਸ ਵਿਚਾਰਧਾਰਾ ਨੂੰ ਲੈ ਕੇ ਕਿਹੜਾ ਨਾਟਕ ਲਿਖਿਆ? ਅਤੀਤ ਦੇ ਪਰਛਾਵੇਂ, ਮੂਕ ਸੰਸਾਰ, ਰਾਣੀ ਕੋਕਲਾ, ਵਿਸਮਾਦ ਨਾਦ। ਅਗਲਾ ਪ੍ਰਸ਼ਨ ਹੈ, ਘੁੰਮਣ ਦਾ ਕਿਹੜਾ ਨਾਟਕ ਗੁਰੂ ਨਾਨਕ ਦੇਵ ਜੀ ਦੇ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਤੇ ਕਰਮਸ਼ੀਲ ਜੀਵਨ ਜਿਉਣ ਦੇ ਸੰਦੇਸ਼ ਨਾਲ ਜੁੜਿਆ ਹੋਇਆ ਹੈ? ਮਾਨਸ ਕੀ ਏਕ ਜਾਤ, ਮੂਕ ਸੰਸਾਰ, ਵਿਸਮਾਦ ਨਾਦ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਨਾਟਕਕਾਰ ਘੁੰਮਣ ਉੱਪਰ ਕਿਹੜੇ ਵਿਦੇਸ਼ੀ ਨਾਵਲਕਾਰ ਦਾ ਪ੍ਰਭਾਵ ਹੈ? ਸ਼ੇਕਸਪੀਅਰ ਦਾ, ਸਟ੍ਰਿਡਬਰਗ, ਬਰਨਾਰਡ ਸ਼ਾਹ, ਜਾਂ ਇਬਸਨ। ਅੱਗੇ ਪ੍ਰਸ਼ਨ ਹੈ, ਘੁੰਮਣ ਦੇ ਨਾਟਕ ਜਿਉਂਦੀ ਲਾਸ਼ ਦਾ ਵਿਸ਼ਾ ਪੰਜਾਬੀ ਦੇ ਕਿਹੜੇ ਨਾਟਕ ਨਾਲ ਸੁਮੇਲਤਾ ਖਾਂਦਾ ਹੈ? ਕਲਾਕਾਰ, ਸੈਲ ਪੱਥਰ, ਊੜਾ ਤੇ ਐੜਾ ਦੋਵੇਂ ਹੀ, ਊੜਾ ਐੜਾ ਦੋਨੋਂ ਹੀ ਨਹੀਂ। ਇਨਸਾਨ ਆਪਣੀ ਤ੍ਰਿਸ਼ਨਾ ਕਾਰਨ ਮਹਿਜ ਪੁਤਲੀ ਬਣ ਕੇ ਰਹਿ ਜਾਂਦਾ ਹੈ। ਇਹ ਵਿਸ਼ਾ ਘੁੰਮਣ ਦੇ ਕਿਹੜੇ ਨਾਟਕ ਵਿੱਚ ਨਿਭਾਇਆ ਹੈ? ਅਤੀਤ ਦੇ ਪਰਛਾਵੇਂ, ਪੁਤਲੀ ਘਰ, ਬੁਝਾਰਤ, ਮੂਕ ਸੰਸਾਰ। ਅੱਗੇ ਹੈ, ਸੰਤ ਸਿੰਘ ਸੇਖੋਂ ਨੇ ਕਲਾਕਾਰ ਨਾਟਕ ਕਦੋਂ ਲਿਖਿਆ? 1946 ਈਸਵੀ ਨੂੰ, 1947 ਈਸਵੀ ਨੂੰ, 1955 ਈਸਵੀ ਨੂੰ, 1960 ਈਸਵੀ ਵਿੱਚ। ਅਗਲਾ ਪ੍ਰਸ਼ਨ ਹੈ, ਸੰਤ ਸਿੰਘ ਸੇਖੋਂ ਨੇ 1960 ਵਿੱਚ ਕਿਹੜਾ ਨਾਟਕ ਲਿਖਿਆ? ਨਾਰਕੀ, ਦਮਯੰਤੀ, ਮੋਇਆ ਸਾਰਨਾਕਾਈ, ਭੂਦਾਨ। ਅਗਲਾ ਪ੍ਰਸ਼ਨ ਹੈ, ਸ਼ੇਖਰ ਤਪਿਆ ਕਿਉਂ ਖਪਿਆ, ਨਾਟ ਸੁਨੇਹੀ, ਇਕਾਂਗੀ ਕਿਸ ਦੀ ਰਚਨਾ ਹੈ? ਬਲਵੰਤ ਗਾਰਗੀ ਦੀ, ਕਪੂਰ ਸਿੰਘ ਘੁੰਮਣ ਦੀ, ਆਈ.ਸੀ. ਨੰਦਾ ਦੀ, ਸੰਤ ਸਿੰਘ ਸੇਖੋਂ ਦੀ। ਅੱਗੇ ਪ੍ਰਸ਼ਨ ਹੈ, ਸੰਤ ਸਿੰਘ ਸੇਖੋਂ ਨੇ ਆਪਣੇ ਨਾਟਕਾਂ ਦਾ ਵਿਸ਼ਾ ਕਿਸ ਨੂੰ ਬਣਾਇਆ? ਆਰਥਿਕ ਜੀਵਨ ਨੂੰ, ਧਾਰਮਿਕ ਜੀਵਨ ਨੂੰ, ਸਮਕਾਲੀ ਜੀਵਨ ਨੂੰ, ਪਰਿਵਾਰਿਕ ਜੀਵਨ ਨੂੰ। ਅਗਲਾ ਪ੍ਰਸ਼ਨ ਹੈ, ਸੰਤ ਸਿੰਘ ਸੇਖੋਂ ਦੇ ਨਾਟਕਾਂ ਅੰਦਰ ਕਿਹੜਾ ਸੰਘਰਸ਼ ਮਿਲਦਾ ਹੈ? ਸ਼੍ਰੇਣੀ ਸੰਘਰਸ਼, ਕਿਰਤ ਸੰਘਰਸ਼, ਜਾਤ ਸੰਘਰਸ਼,
जीवन संघर्ष। अगला प्रश्न है डॉक्टर हरचरण सिंह का किहड़ा नाटक बहुत बार स्टेज ते खेडिया जा चुका है? राजा पोरस, इतिहास जवाब मंगदा है, कमला कुमारी, खेडन दे दिन 4। अगे है किहड़े नाटककार ने लगभग हर विषय ते नाटक लिखे? आई.सी. नंदा ने, प्रिंसीपल संत सिंह सेखों ने, डॉक्टर हरचरण सिंह ने, बलवंत गार्गी ने। अगे है अनजोड़, रत्ता सालू, दूर दराडे, चमकौर दी गढ़ी, अज कल ते भलक नाटक किस दी रचना है? डॉक्टर हरचरण सिंह दी, संत सिंह सेखों दी, चरणदास सिद्धू दी, गुरदयाल सिंह खोसला दी। अगे है डॉक्टर हरचरण सिंह अपने नाटकों विच किन्हां दी गल करदा है? विशेष व्यक्तियों दी, आम व्यक्तियों दी, अधिकार प्राप्त व्यक्तियों दी, सत्ता प्राप्त व्यक्तियों दी। डॉक्टर हरचरण सिंह दे किहड़े नाटक लिखे? सुखांत, दुखांत, जां सुखांत ते दुखांत दोवें ही, जां उपरोक्त कोई भी नहीं। अगला प्रश्न है डॉक्टर चरणदास सिद्धू का लिखिया पहला नाटक किहड़ा है? इंदुमती सत्यादेव, स्वामी जी, भजनों, बाबा बंतू। अगला प्रश्न है किहड़े नाटक विच सिद्धू ने पखंडी साधां दा पाज उखेड़िया? भजनों विच, स्वामी जी विच, बाबा बंतू विच, इंदुमती सत्यादेव विच। डॉक्टर चरणदास सिद्धू ने अपने नाटकों विच किहड़ी भाषा की वरतों की? मलवई भाषा की, माझी भाषा की, दुआबी भाषा की, पोठोहारी भाषा की। डॉक्टर चरणदास सिद्धू नूं पंजाबी नाटक के खेत्र विच पाए योगदान सदका किहड़ी संस्था तो सन्मान मिलिया? पंजाबी अकैडमी दिल्ली तो, पंजाबी संगीत नाटक अकैडमी तो, साहित्य कला परिषद तो दिल्ली तो, जां उपरोक्त सारे ही। अगला प्रश्न है साहित्य कला परिषद दिल्ली के सालाना नाटक मुकाबलिਆਂ विच डॉक्टर चरणदास सिद्धू नूं कितनी बार इनाम प्राप्त होया? 3 बार, 4 बार, 5 बार जां 6 बार? अगला प्रश्न है डॉक्टर चरणदास सिद्धू द्वारा लिखे नाटकों विच शामिल है भुख, स्वर्ग खाली है, गुरु ते चेला जां ये सारे ही? बाबा बुद्ध सिंह के नाटकों विच शामिल है चंद्रहरी, दामनी, मुंदरी छल, नारनवेली जां ये सारे ही? अगला प्रश्न है सरदार गुरबख्श सिंह नारंग ने किहड़ा नाटक पंजाबी साहित्य नूं दिता? पति पूजा, रूप कौर, आसा सिंह जां ये सारे ही? अगला प्रश्न है सरदार नानक सिंह द्वारा लिखे नाटकों का नाम है सदना दे हार, छलावा,
BA पास, राजा पोरस। डॉक्टर हरचरण सिंह ਦੇ ਸਭ ਤੋਂ ਪਹਿਲੇ ਇਤਿਹਾਸਿਕ ਨਾਟਕ ਦਾ ਨਾਂ ਕੀ ਸੀ? ਕਮਲਾ ਕੁਮਾਰੀ, ਰਾਜਾ ਪੋਰਸ, ਸੁਖਨ ਦਾ ਵਾਰਿਸ, ਕੱਲ ਅੱਜ ਤੇ ਭਲਕ। ਅਗਲਾ ਪ੍ਰਸ਼ਨ ਹੈ, ਬਲਵੰਤ ਗਾਰਗੀ ਦਾ ਸਭ ਤੋਂ ਪਹਿਲਾ ਨਾਟਕ ਕਿਹੜਾ ਹੈ? ਘੁੱਗੀ, ਲੋਹਾ ਕੁੱਟ, ਕਣਕ ਦੀ ਬੱਲੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਗੁਰਦਿਆਲ ਸਿੰਘ ਖੋਸਲਾ ਨੇ ਪੰਜਾਬੀ ਸਾਹਿਤ ਨੂੰ ਆਪਣਾ ਪਹਿਲਾ ਨਾਟਕ ਕਿਹੜਾ ਦਿੱਤਾ ਸੀ? ਬੇਘਰੇ, ਕੰਧਾਂ ਰੇਤ ਦੀਆਂ, ਬੂਹੇ ਬੈਠੀ ਧੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਕਪੂਰ ਸਿੰਘ ਘੁੰਮਣ ਦਾ ਨਾਟਕ ਜੋੜੀਆਂ ਜਗ ਥੋੜੀਆਂ ਮਗਰੋਂ ਕਿਸ ਦਾ ਨਾਂ ਨਾਲ ਪ੍ਰਸਿੱਧ ਹੋਇਆ? ਗਲੀ ਬੰਦ ਹੈ, ਬੰਦ ਗਲੀ, ਅਤੀਤ ਦੇ ਪਰਛਾਵੇਂ, ਮੂਕ ਸੰਸਾਰ। ਅਗਲਾ ਪ੍ਰਸ਼ਨ ਹੈ, ਬੇਈਮਾਨ ਇਕਾਂਗੀ ਦਾ ਕਰਤਾ ਹੈ? ਡਾਕਟਰ ਹਰਚਰਨ ਸਿੰਘ, ਆਤਮਜੀਤ, ਈਸ਼ਵਰ ਚੰਦਰ ਨੰਦਾ, ਅਜਮੇਰ ਸਿੰਘ ਔਲਖ। ਅਗਲਾ ਪ੍ਰਸ਼ਨ ਹੈ, ਮਨ ਦੀਆਂ ਮਨ ਵਿੱਚ ਇਕਾਂਗੀ ਦਾ ਵਿਸ਼ਾ ਹੈ? ਸੰਪਰਦਾਇਕਤਾ, ਪੰਜਾਬ ਸੰਕਟ, ਬੇਰੁਜ਼ਗਾਰੀ, ਅਣਜੋੜ ਵਿਆਹ। ਅਗਲਾ ਪ੍ਰਸ਼ਨ ਹੈ, ਅੰਨ੍ਹੇ ਨਿਸ਼ਾਨਚੀ ਇਕਾਂਗੀ ਦਾ ਵਿਸ਼ਾ ਕੀ ਹੈ? 1947 ਦੇ ਦੰਗੇ, 1984 ਦੇ ਕਤਲ, ਭਾਰਤ ਪਾਕਿਸਤਾਨ ਦੀ ਲੜਾਈ, ਸੰਸਾਰ, ਅਮਨ। ਅਗਲਾ ਪ੍ਰਸ਼ਨ ਹੈ, IC ਨੰਦਾ ਦੇ ਇਕਾਂਗੀ ਸੰਗ੍ਰਹਿ ਹਨ? 5, 4, 3। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਇਕਾਂਗੀ ਸੰਗ੍ਰਹਿ ਬਲਵੰਤ ਗਾਰਗੀ ਦਾ ਨਹੀਂ ਹੈ? ਸੈਲ ਪੱਥਰ, ਕੁਆਰੀ ਟੀਸੀ, ਪੱਤਨ ਦੀ ਬੇੜੀ, ਦੁੱਧ ਦੀਆਂ ਧਾਰਾਂ। ਅਗਲਾ ਪ੍ਰਸ਼ਨ ਹੈ, ਝੁੰਗਲ ਮਾਟਾ ਇਕਾਂਗੀ ਸੰਗ੍ਰਹਿ ਦਾ ਕਰਤਾ ਕੌਣ ਹੈ? ਸੁਰਜੀਤ ਸਿੰਘ ਸੇਠੀ, ਹਰਸ਼ਰਨ ਸਿੰਘ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ। ਕਿ ਸਾਡਾ ਲਾਸਟ ਪ੍ਰਸ਼ਨ ਹੈ, ਤਪਿਆ ਕਿਉਂ ਖਪਿਆ ਇਕਾਂਗੀ ਸੰਗ੍ਰਹਿ ਦਾ ਲੇਖਕ ਹੈ? ਸੰਤ ਸਿੰਘ ਸੇਖੋਂ, ਰੋਸ਼ਨ ਲਾਲ ਆਹੂਜਾ, ਜਸੂਆ ਫਜ਼ਲਦੀਨ ਜਾਂ ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ। ਇਹ ਸੀ ਸਾਡੇ ਨਾਟਕ ਤੇ ਇਕਾਂਗੀ ਨਾਲ ਸੰਬੰਧਿਤ ਪ੍ਰਸ਼ਨ। ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ।